ਹੁਣ ਚੁੱਪ ਕਰਕੇ ਬਾਣ ਦਾ ਫਾਇਦਾ ਤਾਂ ਕੋਈ ਨਹੀਂ, ਗੱਲ ਨੂੰ ਟੋਰੋ। ਚਾਚਾ ਜੀ, ਤੁਹਾਡੇ ਪੁੱਤਰ ਦੇ ਖਿਲਾਫ ਸਾਡੇ ਕੋਲ ਸਾਰੇ ਗਵਾਹ ਮੌਜੂਦ ਨੇ। ਇਹ ਹੀ ਸਾਡੀ ਗਲੀਆਂ ਦੇ ਚੱਕਰ ਲਾਂਦਾ ਸੀ ਤੇ ਇਹਨੇ ਹੀ ਸਾਡੀ ਕੁੜੀ ਨੂੰ ਨਸਾਇਆ ਹੈ। ਸਮਝਿਓ ਕਿ ਨਹੀਂ? ਕਿਉਂਕਿ ਇਹਨੂੰ ਮੈਂ ਆਪਣੀ ਅੱਖੀ ਦੇਖਿਆ, ਆਪਣੇ ਘਰ ਦੇ ਬਾਹਰ ਚੱਕਰ ਲਾਉਂਦਿਆਂ। ਇਹ ਛੋਰ ਜਿਹੜਾ ਨਾ ਤੁਹਾਡਾ, ਇਹ ਬਿਲਕੁਲ ਕੂੜਾ ਛੋਰ ਹੈ। ਇਹ ਮੇਰਾ ਮਮਲੇਰ ਬੈਠਾ ਹੈ, ਪੁੱਛੋ ਇਹਦੇ ਕੋਲੋਂ। ਦੱਸ ਓਏ, ਫਿਰਦਾ ਸੀ ਕਿ ਨਹੀਂ ਸਾਡੀਆਂ ਗਲੀਆਂ 'ਚ? ਮੈਂ ਇੱਕ ਵਾਰੀ ਨਹੀਂ, ਇਹਨੂੰ 50 ਵਾਰੀ ਵੇਖਿਆ। ਇਸ ਦਾ ਉਹਦੇ ਕੀ ਕੰਮ ਆ ਉਹਦੇ ਜਾਵਣ ਦਾ? ਕਦੇ ਦੁੱਧ ਦੇ ਬਹਾਨੇ ਜਾਂਦਾ ਰਿਹਾ, ਕਦੀ ਕਦੀ ਸ਼ਹਿ ਲੈਣ ਦੇ ਬਹਾਨੇ ਜਾਂਦਾ ਰਿਹਾ, ਔਰ ਇਹ ਸਿਰਫ ਉਹਨੂੰ ਹੀ ਤਾੜਦਾ ਰਿਹਾ। ਤੇ ਬਜ਼ੁਰਗੋ, ਗੱਲ ਚੰਗੀ ਨਹੀਂ ਹੈ। ਇਹ ਨਾ ਹੋਏ ਕਿ ਅਸੀਂ ਇਹਦੇ ਕਰ ਦਈਏ ਟੋਟੇ। ਸਾਨੂੰ ਸਾਡੀ ਧੀ ਚਾਹੀਦੀ ਏ, ਮੈਨੂੰ ਮੇਰੀ ਭੈਣ ਚਾਹੀਦੀ ਏ। ਸਮਝਿਓ ਜਾਂ ਨਹੀਂ? ਚੌਧਰੀ ਸਾਹਿਬ, ਤੁਹਾਨੂੰ ਗਲਤਫਹਿਮੀ ਹੋਈ ਏ। ਇਹ ਤੇ ਕਿਧਰੇ ਨਹੀਂ ਗਿਆ ਨਾ, ਉਹਨੂੰ ਕਿਧਰੇ ਲੈ ਕੇ ਗਿਆ। ਤੁਹਾਡੇ ਕੋਲ ਅਗਰ ਕੋਈ ਸਬੂਤ ਹੈ ਤੇ ਮੇਰੇ ਭਾਵੇਂ ਤੁਸੀਂ ਟੋਟੇ ਕਰ ਦਿਓ, ਮੈਂ ਨਹੀਂ ਬੋਲਾਂਗਾ। ਸਬੂਤ? ਹਾਂ, ਪੂਰਾ ਗ੍ਰਾਂ ਸਬੂਤ ਹੈ। ਕਿਹਦੇ ਕੋਲੋਂ ਸਬੂਤ ਮੰਗਦੇ ਹੋ? ਇਹਦਾ ਯਾਰ ਜਿਹੜਾ ਬੈਠਾ ਹੋਇਆ, ਇਹ ਵੀ ਸਬੂਤ ਹੈ। ਇਹਦਾ ਗਵਾਹ ਹੈ, ਇਹਦੇ ਨਾਲ ਮਿਲਿਆ ਹੋਇਆ ਸੀ। ਤੁਹਾਡੇ ਵਾਸਤੇ ਸਾਰੇ ਹੀ ਮੁਜਰਮ ਹਨ। ਇਹਦਾ ਮਤਲਬ ਇਹ ਵੀ ਤੁਹਾਡੀ ਗਲੀ 'ਚ ਕੋਈ ਲੱਗ ਜਾਵੇ, ਉਹ ਵੀ ਬੈੜਾ ਹੈ। ਨਹੀਂ, ਲੱਗ ਨਹੀਂ ਜਾਵੇ। ਜਿਹੜੇ ਰੋਜ਼ ਫੇਰੇ ਪਾਵੇ ਉਹ ਮੁਜਰਮ ਹੈ। ਤੇ ਹਾਏ ਬੈਠਾ ਸਾਹਮਣੇ ਮੇਰੇ, ਦਿਲ ਤੋਂ ਕਰਦਾ ਤੇ ਮੈਂ ਟੋਟੇ ਚਾ ਕਰਦੇ ਆ। ਮੇਰੀ ਗੱਲ ਸੁਣੋ ਨਾ ਤੁਸੀਂ। ਠੀਕ ਹੈ, ਤੁਹਾਡਾ ਨੁਕਸਾਨ ਹੋਇਆ, ਤੁਹਾਡੇ ਘਰੋਂ ਨਿਕਲੀ ਹੈ ਤੁਹਾਡੀ ਭੈਣ, ਸਾਨੂੰ ਇਸ ਚੀਜ਼ ਦਾ ਦੁੱਖ ਹੈ। ਲੇਕਿਨ ਤੁਸੀਂ ਇਹੀ ਇਲਜ਼ਾਮ ਲੈਂਦੇ ਪਏ ਹੋ, ਇਹ ਗੱਲ ਚੰਗੀ ਨਹੀਂ। ਇਲਜ਼ਾਮ ਨਹੀਂ ਲਾਉਂਦੇ, ਯਕੀਨ ਹੈ। ਗਵਾਹ ਨੇ ਸਾਡੇ ਕੋਲ। ਪੂਰੇ ਗ੍ਰਾਂ ਕੋਲੋਂ ਪੁੱਛੋ, ਪੂਰੇ ਥੇ ਕੋਲੋਂ ਪੁੱਛੋ। ਇਹ ਕੋਲ ਕੀ ਪੁੱਛੂ? ਸ਼ਰੀਕਾਂ ਨੂੰ ਕੀ ਪੁੱਛਣੇ ਨੇ? ਸਾਡੇ ਸ਼ਰੀਕ ਵੀ ਹਨ, ਜਿਨ੍ਹਾਂ ਦੇ ਸੱਜਣ ਨੇ ਨਾ, 4 ਸ਼ਰੀਕ ਵੀ ਹਨ। ਸ਼ਰੀਕ ਜਾ, ਸ਼ਰੀਕਾਂ ਕੋਲੋਂ ਪੁੱਛੋ, ਦੱਸਣਗੇ ਕਿ ਆਈਏ। ਚਾਚਾ ਜੀ, ਸਾਨੂੰ ਕੋਈ ਸਿੱਧਾ ਹਲਾਂ ਦਿਓ, ਨਹੀਂ ਤਾਂ ਸਾਥ ਬੁਰਾ ਬੰਦਾ ਕੋਈ ਨਾ ਸੀ। ਟੋਟੇ ਕਲੇਸਾਂ ਟੋਟੇ ਮੈਂ। ਇਹ ਮੇਰੇ ਤੇ ਸਾਬਿਤ ਕਰ ਦੇਵਨ ਜੋ ਸਜ਼ਾ ਚੋਰ ਦੀ, ਉਹ ਆ ਸਜ਼ਾ ਮੇਰੀ। ਮੈਂ ਹਰ ਸਜ਼ਾ ਲੈਣ ਵਾਸਤੇ ਤਿਆਰ ਆ। ਗੱਲ ਸੁਣੋ ਬਜ਼ੁਰਗੋ, ਸਾਡੀ ਭੈਣ ਤੇ ਗਈ ਹੁਣ ਸਾਡੇ ਵਾਸਤੇ ਮਰ ਖੱਪ ਗਈ ਏ। ਇਸ ਕੱਢੀ ਏ ਸਾਡੇ ਲੋ ਮਰ ਗਈ, ਦਫਾ ਹੋ ਗਈ। ਅਸੀਂ ਚਾਹੁੰਦੇ ਨਹੀਂ ਕਿ ਵਾਪਸ ਉਹ ਸਾਡੇ ਘਰ ਚ ਆਵੇ। ਹੁਣ ਤੇ ਸਾਨੂੰ ਚਾਹੀਦਾ ਇੱਜ਼ਤ ਦੇ ਬਦਲੇ ਇੱਜ਼ਤ। ਜਿਹੜੀ ਗੱਲ ਕਰਨ ਵਾਸਤੇ ਇੱਥੇ ਤੁਹਾਨੂੰ ਬੁਲਾਇਆ ਹੈ, ਕਿਉਂਕਿ ਸਾਡੀ ਇੱਜ਼ਤ, ਉਹ ਸਾਡੀ ਪੱਗ ਜਿਹੜੀ ਹੈ ਉਹ ਮਿੱਟੀ 'ਚ ਰੋਂਦ ਕੇ ਚਲੀ ਗਈ ਹੈ। ਉਹ ਖਤਮ ਹੋ ਗਈ, ਉਹ ਮਰ ਗਈ ਸਾਡੇ ਵਾਸਤੇ। ਸਾਡੀ ਉਹ ਹੁਣ ਭੈਣ ਹੈ ਹੀ ਨਹੀਂ, ਸਾਡੇ ਵਾਸਤੇ ਕੁਝ ਵੀ ਨਹੀਂ ਹੈ। ਜਿਸ ਕੰਮ ਵਾਸਤੇ ਅਸੀਂ ਬੁਲਾਇਆ ਨਾ ਬਜ਼ੁਰਗੋ, ਧਿਆਨ ਦੇ ਨੇ ਸਿਆਣੇ ਕਿ ਇੱਜ਼ਤ ਦੇ ਬਦਲੇ ਇੱਜ਼ਤ ਹੁੰਦੀ ਹੈ। ਤੇ ਹੁਣ ਸਾਨੂੰ ਆਪਣੀ ਇੱਜ਼ਤ ਦੇ ਬਦਲੇ ਤੁਹਾਡੀ ਇੱਜ਼ਤ ਚਾਹੀਦੀ ਹੈ। ਮੁਬਸ਼ਰ ਦੀ ਭੈਣ ਨਾਲ ਵਿਆਹ ਕਰਸਾਂ ਮੈਂ। ਅਗਰ ਤੇ ਗੱਲ ਮੰਨ ਜਾਓ ਤੁਸੀਂ ਸਿੱਧੇ ਤਰੀਕੇ ਨਾਲ, ਤੇ ਠੀਕ ਹੈ। ਸਿੱਧੇ ਤਰੀਕੇ ਨਾਲ ਗੱਲ ਕਰਨ ਦਾ ਮਕਸਦ ਇਹ ਵੇ ਕਿ ਥੈ ਦੇ ਵਿੱਚ ਸਾਡੀ ਇੱਜ਼ਤ ਹੈ, ਸਾਡਾ ਰੱਖ ਰਖਾਓ ਹੈ, ਸਿਆਸਤ ਦੇ ਵਿੱਚ ਨਾ ਹੈ, ਸਾਰਾ ਕੁਝ ਹੈ ਸਾਡਾ। ਅਸੀਂ ਨਹੀਂ ਚਾਹੁੰਦੇ ਕਿ ਜ਼ਬਰਦਸਤੀ ਕਰੀਏ, ਜਾਂ ਜਿਸ ਤਰ੍ਹਾਂ ਤੁਹਾਡਾ ਪੁੱਤਰ ਮੁਬਸ਼ਰ ਸਾਡੀ ਕੁੜੀ ਨੂੰ ਕੱਢ ਕੇ ਲੈ ਕੇ ਗਿਆ, ਅਸੀਂ ਵੀ ਤੁਹਾਡੀ ਛੋਰੀ ਨੂੰ ਕੱਢ ਕੇ ਖੜੀਏ। ਤੇ ਬਿਹਤਰ ਇਹ ਹੀ ਹੈ ਕਿ ਇੱਜ਼ਤ ਨਾਲ ਤੁਸੀਂ ਹੁਣ ਇਸ ਮੁਬਸ਼ਰ ਦੀ ਭੈਣ ਦਾ ਮੇਰੇ ਨਾਲ ਨਿਕਾਹ ਚਾ ਕਰੋ। ਮੈਂ ਤੁਹਾਡੀਆਂ ਸਾਰੀਆਂ ਚੁੱਪ ਕਰਕੇ ਸੁਣ ਲਈਆਂ ਗੱਲਾਂ ਚੌਧਰੀ ਸਾਹਿਬ। ਉਹ ਸ਼ਰੀਫ ਆਦਮੀ ਨੇ, ਗਰੀਬ ਆਦਮੀ ਨੇ। ਕੋਈ ਤਰੀਕੇ ਦੀ ਗੱਲ ਕਰ, ਕੋਈ ਵਿਵਹਾਰ ਦੀ ਗੱਲ ਕਰ। ਤੁਹਾਨੂੰ ਮੇਰਾ ਵੀ ਪਤਾ ਹੈ, ਮੈਂ ਨਦੀਮ ਮਲਿਕ, ਤੇ ਮੇਰਾ ਇੱਕ ਨਾਂ ਹੈ, ਲੋਕ ਮੈਨੂੰ ਜਾਣਦੇ ਨੇ। ਸਿਆਸਤ ਹੀ ਮੈਥੋਂ ਵੱਧ ਕਿਸੇ ਨੇ ਕੀਤੀ, ਤੇ ਜ਼ਿਮੀਦਾਰ ਹੀ ਮੇਰੇ ਵਰਗਾ ਕੋਈ ਨਹੀਂ, ਅਲਹਮਦੁਲਿਲਾ। ਮੈਂ ਤਾਂ ਤੁਹਾਡੇ ਕੋਲ ਬਹਿ ਕੇ ਇਹਨਾਂ ਦੇ ਨਾਲ ਆਇਆ, ਇਹਨਾਂ ਨੂੰ ਹੋਰ ਵਾਹ ਨਹੀਂ ਲੱਭੀ। ਇਹਨਾਂ ਮੇਰੀ ਲੂਹ ਲਈ ਹੈ ਕਿ ਸਾਡੇ ਨਾਲ ਆਓ ਮਲਕ ਜੀ, ਅਸਾਂ ਗੱਲ ਕਰਨੀ। ਇਹ ਤਾਂ ਗਰੀਬ ਆਦਮੀ, ਸ਼ਰੀਫ ਆਦਮੀ, ਉਹ ਬਜ਼ੁਰਗ ਆਦਮੀ, ਤੇ ਮੈਂ ਨਾਲ ਆਇਆ ਬੈਠਾ, ਤੇ ਤੁਹਾਡੀ ਗੱਲਾਂ ਮੈਂ ਸੁਣੀਆਂ। ਤੇ ਕੋਈ ਤਰੀਕੇ ਦੀ ਗੱਲ ਕਰੋ, ਵਿਵਹਾਰ ਦੀ ਗੱਲ ਕਰੋ। ਇਹਨਾਂ ਤੋਂ ਕੋਈ ਜ਼ਾਮਿਨ ਮੰਗੋ। ਹਾਂ, ਇਹ ਨਹੀਂ ਦਿੰਦੇ ਮਾਲ, ਮੈਂ ਦੇਣਾ, ਮੈਂ ਜ਼ਮਾਨਤ ਦੇਣਾ, ਜਿਤਨਾ ਤੁਸੀਂ ਆਖੋ। ਲੇਕਿਨ ਇਹ ਤਰੀਕਾਕਾਰੀ ਤਾਂ ਕੋਈ ਨਹੀਂ ਕਿ ਸਾਡੀ ਇੱਜ਼ਤ ਨਿਲਾਮ ਹੋ ਗਈ ਹੈ, ਸਾਡੇ ਵਾਸਤੇ ਮਰ ਗਈ ਹੈ, ਇੰਜ ਹੋ ਗਿਆ, ਫਲਾਣ ਹੋ ਗਿਆ, ਅਸਾਂ ਵੀ ਇੱਜ਼ਤ ਲੈਣੀ, ਇੱਜ਼ਤ ਦੇ ਬਦਲੇ ਇੱਜ਼ਤ ਲੈਣੀ। ਇਹ ਕੋਈ ਤਰੀਕਾਕਾਰੀ ਨਹੀਂ ਚੌਧਰੀ ਸਾਹਿਬ। ਮਲਕ ਨਦੀਮ, ਤੂੰ ਸ਼ਾਇਦ ਕਦੀ ਜਿਰਗੇ 'ਚ ਬੈਠਾ ਨਹੀਂ। ਤੂੰ ਸਿਆਸਤਦਾਨ ਵੀ ਹੈ, ਤੂੰ ਇੱਜ਼ਤਦਾਰ ਵੀ ਹੈ, ਤੂੰ ਸਾਰਾ ਕੁਝ ਹੈ। ਜਿਹਦੀ ਜਾਂਦੀ ਹੈ ਨਾ ਇੱਜ਼ਤ, ਤੇ ਉਹਦਾ ਜਾਂਦਾ ਈਮਾਨ। ਸਮਝੇ ਕਿ ਨਹੀਂ?
ਤੇ ਇਸੇ ਲਈ ਸਾਡੀਆਂ ਅੱਖਾਂ 'ਚ ਲਹੂ ਉਤਰਿਆ ਹੋਇਆ ਹੈ। ਇਸੇ ਵਾਸਤੇ ਚੌਧਰੀ ਸਾਹਿਬ ਮੈਂ ਨਾਲ ਆਇਆ ਹਾਂ ਤੇਰਾ ਯਕੀਨ ਦਿਵਾਉਣ ਵਾਸਤੇ ਵੀ ਇਹਨਾਂ ਕੋਲ ਤੇਰਾ ਮਾਲ ਕੋਈ ਨਹੀਂ, ਇਹਨਾਂ ਤੇਰੀ ਇੱਜ਼ਤ ਨਿਲਾਮ ਨਹੀਂ ਕੀਤੀ, ਇਸ ਤੇਰੀ ਭੈਣ ਨਹੀਂ ਕੱਢੀ, ਤੇ ਜੇ- ਇਸ ਚੀਜ਼ ਦੀ ਮੈਂ ਜ਼ਮਾਨਤ ਦੇਣਾ। ਤੇ ਜੇ ਕੱਢੀ ਹੋਈ ਤੇ ਫੇਰ ਮੈਂ ਤੇਰੇ ਕੋਲ ਬੈਠਾ, ਮਲਕ ਨਦੀਮ ਤੈਨੂੰ ਆਂਦਾ ਪਿਆ ਜਿੱਥੇ ਮਰਜ਼ੀ ਲੈ ਲਾ, ਜਿਤਨਾ ਮਰਜ਼ੀ ਮਾਲ ਮੰਨੀ ਰਖਾ ਲਾ, ਮੈਂ ਪੇੜ 'ਚ ਗੱਲ ਕਰਦਾ ਪਿਆ। ਪੇੜ 'ਚ ਗੱਲ ਕਰਨੀ ਤੇ ਨਿਭਾਣੀ ਬੜੀ ਔਖੀ ਹੁੰਦੀ ਆ। ਸ਼ਾਇਦ ਤੂੰ ਮੈਨੂੰ ਜਾਣਦਾ ਨਹੀਂ, ਨਦੀਮ ਮਲਕ ਮੈਨੂੰ ਆਂਦੇ ਨੇ, ਮੈਂ ਜ਼ਿਮੀਦਾਰਾਂ ਦਾ ਬਾਲ ਹਾਂ। ਅਸੀਂ ਵੀ ਕੋਈ ਘੱਟ ਨਹੀਂ ਆ। ਇਸੇ ਵਾਸਤੇ ਚੌਧਰੀ ਸਾਹਿਬ ਤੁਹਾਡੀ ਸਾਰੀਆਂ ਗੱਲਾਂ ਸੁਣੀਆਂ ਤੇ ਨੀਵੇਂ ਦਾ ਨਾਲ ਗੱਲ ਕਰਦਾ ਪਿਆ ਵੀ ਇਹ ਮਾੜੇ ਬੰਦੇ ਨੇ, ਇਹਨਾਂ ਤੂੰ ਵਲਾ ਜਾ, ਤੂੰ ਇਹਨਾਂ ਕੋਲ ਜ਼ਾਮਿਨ ਮੰਗ, ਉਹ ਮੈਂ ਦੇਵਣ ਨੂੰ ਤਿਆਰ ਹਾਂ। ਕੀ ਆਂਦਾ ਫਿਰ? ਮਲਿਕ ਸਾਹਿਬ ਠੀਕ ਆਂਦੇ ਪਏ ਨੂੰ, ਤੇ ਨਾਲੇ ਅੱਜ ਤੋਂ ਤੋੜ ਟੋਰ ਕੇ ਬੂਹੇ ਤੇ ਆਏ ਬੈਠੇ ਨੇ ਤੇ ਨਾਲ ਹੋ ਕੇ ਡੁਡੈਂਦੇ ਹੀ ਪਏ ਨੂੰ। ਤੇ ਮਲਿਕ ਸਾਹਿਬ ਨੂੰ ਪਾਬੰਦ ਕਰ ਲੈਨੇ ਆ ਤੇ ਲੜਨ ਆਖੇ ਨਾ ਤੇ ਮੈਂ ਤੇਰੇ ਵਾਸਤੇ ਲੜਨ ਵਾਸਤੇ ਹੀ ਤਿਆਰ ਹਾਂ, ਕਿਉਂਕਿ ਬਿਰਾ ਬੇਲੀ ਇੱਕ ਦੂਏ ਪਿੱਛੇ ਲੜਦੇ ਰਹਿੰਦੇ ਨੇ ਤੇ ਅਸੀਂ ਤਾਂ ਮਲਵੇਰ ਪੁਫੇਰ ਆ, ਤੇ ਇਸ ਬੰਦੇ ਨੂੰ ਪਾਬੰਦ ਕਰ ਲਾ। ਗੱਲ ਸੁਣ ਮਲਕ ਨਦੀਮ, ਇਹਨੇ ਸਾਡੇ ਮੁਲਜ਼ਮ, ਇਹਨੇ ਗੁਨਾਹਗਾਰ, ਕਿਉਂਕਿ ਇਹਨਾਂ ਅੱਖਾਂ ਨੇ ਵੇਖਿਆ ਕਿ ਇਹ ਚੱਕਰ ਲਾਂਦਾ ਰਿਹਾ ਸਾਡੇ ਘਰ ਦੇ ਬਾਹਰ। ਇਹਨਾਂ ਨੇ ਕੱਢੀ ਹੈ ਸਾਡੀ ਭੈਣ, ਸਮਝੇ ਕਿ ਨਹੀਂ? ਤੇ ਜੇ ਭੈਣ ਸਾਡੀ ਇਹਨਾਂ ਦੇ ਕੋਲੋਂ ਹੋ ਗਈ ਬਰਾਮਦ ਤੇ ਫਿਰ ਤੂੰ ਇਹਨਾਂ ਨੂੰ ਕੀ ਸਜ਼ਾ ਦੇਂਗਾ? ਤੇ ਅਗਰ ਸਾਡੀ ਭੈਣ ਇਹਨਾਂ ਕੋਲ ਬਰਾਮਦ ਨਾ ਹੋਈ, ਕਿਧਰੋਂ ਜਾ ਕੇ ਹੋਰ ਬਰਾਮਦ ਹੋਈ, ਤੇ ਫਿਰ ਮੈਂ ਆਪੂ ਚੱਲ ਕੇ ਜਾ ਕੇ ਇਹਦੇ ਘਰ ਇਹਨਾਂ ਕੋਲੋਂ ਮਾਫੀ ਮੰਗਾਂਗਾ। ਦੱਸ ਤੇਰਾ ਕੀ ਗੱਲ ਫੈਸਲਾ? ਸੁਣ ਚੌਧਰੀ ਸਾਹਿਬ, ਮੈਂ ਇਹ ਗੱਲ ਤਾਂ ਤੈਨੂੰ ਕਹਿਣਾ ਚਾਹਨਾ ਕਿ ਮੈਂ ਤੇਰੇ ਨਾਲ ਰਲ ਕੇ ਖਰਚਾ ਕਰਨ ਨੂੰ ਤਿਆਰ ਹਾਂ। ਤੂੰ ਲੱਭ, ਮੈਂ ਅੱਗੇ ਹਾਮੀ ਭਰੀ ਬੈਠਾ। ਮੁੜਵੀਂ ਵਵਾਰ ਦੀ ਗੱਲ ਕਰ, ਅਗਰ ਇਹਦੇ ਘਰੋਂ ਨਿਕਲ ਆਵੇ ਤੇ ਜੋ ਤੂੰ ਆਖੇ ਉਹ ਮੈਂ ਕਰਨ ਨੂੰ ਤਿਆਰ ਹਾਂ। ਬਹਰਹਾਲ ਭੈਣ ਅਸੀਂ ਘਰ ਨਹੀਂ ਵਾੜਨ ਲੱਗੇ, ਲੇਕਿਨ ਫਿਰ ਇਹਦੀ ਭੈਣ ਦਾ ਨਿਕਾਹ ਤੂੰ ਮੇਰੇ ਨਾਲ ਕਰੇ ਸੇ। ਗੱਲ ਸੁਣ ਮੇਰੀ ਚੌਧਰੀ ਸਾਹਿਬ, ਧੀਆਂ ਭੈਣਾਂ ਸਾਜੀਆਂ ਨਹੀਂ ਹਨ, ਉਹ ਮੇਰੀ ਵੀ ਭੈਣ ਹੈ। ਮਲਕ ਨਦੀਮ, ਜਿਹੜੀ ਗੱਲ ਪਿੱਛੇ ਅਸੀਂ ਕਹਿ ਰਹੇ ਹਾਂ ਉਸ ਗੱਲ ਤੇ ਤੂੰ ਪਾਬੰਦ ਨਹੀਂ ਹੋ ਰਿਹਾ। ਦੱਸ ਕਿਸ ਗੱਲ ਤੇ ਪਾਬੰਦ ਹੋਵਾਂ? ਜੇ ਭੈਣ ਸਾਡੀ ਇਹਨਾਂ ਦੇ ਘਰੋਂ ਲੱਭ ਗਈ ਤੇ ਫਿਰ ਤੂੰ ਇਹਨਾਂ ਦੀ ਭੈਣ ਦਾ ਰਿਸ਼ਤਾ ਮੇਰੇ ਨਾਲ ਕਰੇ ਸੇ। ਮਲਿਕ ਸਾਹਿਬ ਹੁਣ ਚੁੱਪ ਕਰਕੇ ਬਹਿ ਗਏ ਹੋ, ਕੁਝ ਬੋਲੋ। ਅਸੀਂ ਤਾਂ ਤੁਹਾਡੇ ਪਿੱਛੇ ਆਮੀਨ ਕਰ ਗਏ ਹਾਂ, ਹੁਣ ਤੁਸੀਂ ਵੀ ਪਾਬੰਦ ਹੋਵੋ। ਐਂ ਪਿੱਛੋਂ ਮੈਂ ਨਾ ਛੋਰਾ ਗੱਲ ਸੁਣਦੇ ਪਿਆ ਬਜ਼ੁਰਗੋਂ, ਤੂੰ ਵੀ ਗੱਭਰੂ ਸੁਣਦਾ ਪਿਆ ਗੱਲ ਉਹਨਾਂ ਦੀ? ਜੀ ਆ ਸੁਣ ਲਈ। ਹੁਣ ਇਹਨਾਂ ਵਵਾਰ ਤੇ ਆਉਂਦੇ ਪਏ ਤੇ ਮੇਰੀ ਗੱਲ ਸੁਣੋ, ਤੁਸੀਂ ਐ ਡਰਦੇ ਪਏ ਔਰ ਆਮਦੇ ਨਾ ਪਏ, ਸਾਨੂੰ ਕੁਝ ਆਖ ਨਾ ਲਵੇ ਤੇ ਤੁਹਾਨੂੰ ਇੱਕ ਹੋਰ ਵੀ ਡਰ ਆਈ ਕਿ ਸਾਡੀਆਂ ਭਾਈਆਂ ਨੇ ਜਾ ਕੇ ਕੱਢ ਲਵੇਂ। ਉਹ ਡਰਨ ਦੀ ਕੋਈ ਨਹੀਂ ਲੋੜ, ਹੋ ਤੇ ਨਾ ਹੀ ਤੁਹਾਡੇ ਬੂਹੇ ਵਾਲੋ ਲੱਤ ਰੱਖਦੇ ਨਹੀਂ ਤੇ ਨਾ ਹੀ ਤੁਹਾਨੂੰ ਇਹ ਕੁਝ ਆਂਦੇ ਨਹੀਂ। ਮੇਰੇ ਬੈਠਿਆਂ ਅਗਰ ਤਾਂ ਤੇਰਾ ਪੋਤਰੋ ਐ ਗੱਭਰੂ ਸੁਣਦਾ ਪਿਆ, ਇਹ ਨਿਕਲ ਆਵੇ ਚੋਰ ਹੋ ਤਾਂ ਮੋੜ ਕੀ ਹਾਲ ਹੋਸੀ? ਆਪਣਾ ਸਮਝ ਲਾ, ਸੋਚ ਲਾ, ਹੁਣ ਵੀ ਮੌਕਾ ਹੀ ਇੱਥੇ। ਹੁਣ ਮੰਨ ਜਾ, ਮੈਂ ਹੁਣ ਉਹਨਾਂ ਤੂੰ ਸੌਰੀ ਕਰ ਲੈਸਾਂ, ਮਾਜ਼ਰਤ ਕਰ ਲੈਸਾਂ, ਨਹੀਂ ਤਾਂ ਮੋੜ ਮੇਰੇ ਸਿਰ ਤੂੰ ਪਾਣੀ ਉੱਤੇ ਟੱਪ ਜਾਵਣਾ ਹੀ। ਮੋੜ ਨਾ ਠੀਕ ਪਿਆ ਮੈਨੂੰ। ਮਲਿਕ ਜੀ, ਮੈਂ ਆਪਣੇ ਪੁੱਤਰ ਨਾਲ ਸਲਾਹ ਕਰ ਲਵਾਂ, ਇਸ ਲਈ ਚਾਵਲ ਮਾਰੀ ਹੀ ਨਾ ਹੋਵੇ। ਚੰਗੀ ਗੱਲ ਹੈ, ਚੰਗੀ ਗੱਲ ਹੈ। ਜਾ ਗੱਭਰੂ, ਜਾ ਛੋਰਾ, ਜਾ ਕੇ ਸਾਈਡ ਤੇ ਸਲਾਹ ਕਰ ਲਾ, ਮੋੜ ਟਾਈਮ ਲੱਗ ਜਾਣਾ ਹੀ ਹੈ। ਗੱਲ ਹੈ ਚੌਧਰੀ ਸਾਹਿਬ, ਵਾਰ ਦੀ ਕੀਤੀ ਤੁਸੀਂ, ਅਸੂਲ ਹੈ ਨਾ, ਤੇ ਮੈਂ ਉਹਨਾਂ ਨੇ ਨਾਲ ਚੱਲ ਕੇ ਆਇਆ। ਗੱਲ ਅਸੂਲ ਦੀ ਕਰ ਲੈਂਦੇ ਆ, ਉਹ ਸੋਚ ਲੈਂਦੇ ਨੇ, ਗੱਲ ਕਰ ਲੈਂਦੇ ਨੇ। ਅਗਰ ਤਾਂ ਉਹਨਾਂ ਦੀ ਕੋਈ ਚੋਰੀ ਹੋਈ, ਦਿਲ 'ਚ ਕੋਈ ਬੇਈਮਾਨੀ ਹੋਈ, ਤਾਂ ਮੈਂ ਤੁਹਾਡੇ ਕੋਲ ਆਪ ਆਇਆ ਬੈਠਾ, ਮੈਂ ਤੁਹਾਨੂੰ ਸੌਰੀ ਕਰੇਸਾਂ ਤੇ ਤੁਹਾਡੀ ਨਾਲ ਹੋ ਕੇ ਭਾਈ ਵਾਪਸ ਕਰਵਾਸਾਂ। ਮੁਬਸ਼ਰ ਪੁੱਤਰ, ਅਜੇ ਵੀ ਵੇਲਾ, ਮੈਨੂੰ ਦੱਸ ਦੇ, ਅਗਰ ਤੇਰੀ ਕੋਈ ਗਲਤੀ ਹੈ ਤਾਂ ਮੈਂ ਜਾ ਕੇ ਉਹਨਾਂ ਦੇ ਪੈਰੀ ਪੈ ਜਾਣਾ, ਮਾਫੀ ਮੰਗ ਲੈਣਾ, ਨਹੀਂ ਤੇ ਫਿਰ ਬੋਲ। ਅੱਬੂ ਜੀ, ਤੁਹਾਨੂੰ ਮੈਥੇ ਯਕੀਨ ਕੋਈ ਨਹੀਂ, ਮੈਂ ਇਹੋ ਜਿਹਾ ਕੰਮ ਕਰ ਸਕਦਾ? ਮੈਨੂੰ ਤੇ ਯਕੀਨ ਹੈ ਪੁੱਤਰ, ਲੇਕਿਨ ਡਾਢੇ ਲੋਕ ਨੇ, ਕੀ ਕਰੀਏ ਫਿਰ? ਅੱਬੂ ਜੀ, ਇਹੋ ਜਿਹੀ ਕੋਈ ਗੱਲ ਨਹੀਂ, ਨਾਲੇ ਮੈਂ ਕੱਢ ਸਕਦਾ, ਤੁਸੀਂ ਹਾਮੀ ਭਰ ਲਵੋ। ਠੀਕ ਹੈ, ਮੈਂ ਭਰ ਲਵਾਂ ਹਾਮੀ। ਅੱਬੂ ਜੀ, ਬੇਫਿਕਰ ਹੋ ਕੇ ਤੁਸੀਂ ਹਾਮੀ ਭਰ ਲਵੋ। ਤੁਹਾਡਾ ਪੁੱਤਰ ਐਡਾ ਘਟੀਆ ਨਹੀਂ ਬਈ ਲੋਕਾਂ ਦੀਆਂ ਇੱਜ਼ਤਾਂ ਕੱਢਦਾ ਵੱਤੇ। ਗਰੀਬ ਬੰਦੇ ਆ, ਸਾਨੂੰ ਇਹ ਜ਼ੇਬ ਹੀ ਨਹੀਂ ਦਿੰਦਾ ਕੰਮ।
ठीक है आ फिर चौधरी साहब इतने जोगे ते नहीं ते फर्ज किता अगर इन्हें चगल वड्डी है हराम जर्दी ना किती है ते मैं अपने हथी इन्हां दी छेर तुहाडे हथी फदासा आ गए हो जी चौधरी साहब आ गए हैं ਅਸੀਂ। ਕੀ मलिक साहब ਸੋਚਿਆ ਫਿਰ ਮਲਕ ਸਾਹਿਬ ਭਰ ਲਓ ਹਮੀ ਮੈਨੂੰ ਯਕੀਨ ਹੈ ਤੇ ਮੈਨੂੰ ਪੁੱਤਰ ਨੇ ਵੀ ਦੱਸਿਆ ਕਿ ਇਸਨੇ ਇਹ ਹਰਕਤ ਨਹੀਂ ਕੀਤੀ। ਬਾਬਾ ਮੇਰੀ ਗੱਲ ਸੁਣ ਲਾ ਅਸੀਂ ਪੰਜਾਬ ਤੇ ਚਬਾਨੇ ਆ ਅਸੀਂ ਵੱਡੇ ਵੱਡੇ ਫੈਸਲੇ ਕਰਦੇ ਆ ਸੋਚ ਸਮਝ ਕੇ ਫੈਸਲਾ ਕਰੀ ਮੈਂ ਤੇਰੀ ਆਮੀ ਭਰਦਾ ਪਿਆ ਤੇ ਮਲਕ ਨਦੀਮ ਦੀ ਜਿੱਥੇ ਕੰਡ ਲੱਗੇ ਉਹਨੂੰ ਛੱਡਦਾ ਨਹੀਂ। ਠੀਕ ਹੈ ਮਲਕ ਜੀ ਭਰ ਲਓ ਤੁਸੀਂ ਹਮੀ। ਠੀਕ ਹੈ ਚੌਧਰੀ ਸਾਹਿਬ ਮੈਂ ਪਮੰਦ ਹੋ ਗਿਆ ਅਗਰ ਤਾਂ ਤੁਹਾਡੀਆਂ ਭਾਈਆਂ ਇਹਨਾਂ ਕੋਲ ਲੈਣ ਤੇ ਮੈਂ ਆਪਣੀ ਹੱਥੀ ਇਹਦੀ ਭੈਣ ਦਾ ਰਿਸ਼ਤਾ ਤੇਰੇ ਨਾਲ ਕਰਵਾਸਾਂ ਤੇ ਹੁਣ ਸਾਨੂੰ ਦਿਓ ਇਜਾਜ਼ਤ ਬੜੀ ਲੇਟ ਹੋ ਗਈ ਏ ਮੈਂ ਹੋਰ ਵੀ ਕੋਈ ਕੰਮ ਧੰਦੇ ਕਰਨੇ ਨੇ ਤੇ ਰਲ ਕੇ ਸੂਟ ਕਰਨੇ ਆ ਠੀਕ ਹੈ ਚੰਗਾ ਆਓ ਬਾਬਾ ਜੀ ਚੰਗਾ ਰੱਬ ਰਾਖਾ ਛੋਰੇ ਗੱਲ ਸੁਣ ਮੇਰੀ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਪਈ ਅੱਜ 3 ਦੀਵਾਰ ਹੋ ਗਈ ਏ ਮੁਬਸ਼ਰ ਤੁਹਾਨੂੰ ਇੱਥੇ ਛੱਡ ਕੇ ਵਗ ਗਿਆ ਤੇ ਉਹਦਾ ਕੋਈ ਅਤਾ ਪਤਾ ਲਾਓ ਜਾਂ ਉਹਨੂੰ ਕੋਈ ਫੋਨ ਸ਼ੂਨ ਕਰੋ ਤੇਰੀ ਮਿਹਰਬਾਨੀ ਮੇਰੀ ਭੈਣ ਕੋਈ ਹੀਲਾ ਮਾਰੋ ਕਿਉਂਕਿ ਤੈਨੂੰ ਪਤਾ ਹੈ ਕਿ ਜਿਹੜੇ ਮੇਰੇ ਵੀਰਾਂ ਇਹਨੂੰ ਉਹ ਕਿੱਡੇ ਡਾਡੇ ਨੇ ਤੇ ਨਾਲੇ ਅਸੀਂ ਤਾਂ ਕੀਰੇ ਜੇ ਤੇ ਗਰੀਬ ਜੇ ਬੰਦੇ ਆ ਅੱਲਾ ਨਾ ਕਰੇ 100 ਵਾਧਾ ਘਾਟਾ ਹੋ ਜਾਵੇ ਤੇ ਮੇਰੇ ਵੀਰਾਵਾਂ ਤਾਂ ਮੈਨੂੰ ਚੀਰ ਛੱਡਣਾ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਵੀ ਇਹ ਤਾਂ ਘਰੋਂ ਨੱਸੀ ਹੋਈ ਛੋਏ ਤੇ ਤੂੰ ਇੱਥੇ ਨੂੰ ਬਵਾਈ ਰੱਖਿਆ ਤੇ ਡੇਰੇ ਪਵਾਈ ਰੱਖੇ ਇੰਨੀ ਮੇਰੀ ਭੈਣੋ ਮੈਂ ਤਾਂ ਇਹ ਆ ਕੇ ਗਿਆ ਕਿ ਇਹ ਮੇਰੀ ਭੈਣ ਹੈ ਤੂੰ ਇੱਥੇ ਇੱਕ ਅੱਧੀ ਰਾਤ ਰੋ ਤੇ ਮੈਂ ਤੈਨੂੰ ਆ ਕੇ ਲੈ ਲਈਸਾਂਗੇ ਅਜੇ ਤੱਕ ਉਹ ਆਇਆ ਕੋਈ ਨਹੀਂ ਤੇ ਇੰਜ ਤੂੰ ਕਰ ਕੇ ਤੂੰ ਆਪ ਜਾ ਕੇ ਉਹਦਾ ਪਤਾ ਕਰ ਲੈ ਹੈ ਮੇਰਾ ਤਾਂ ਕਿਆ ਲੈ ਨਾਦੀਆ ਭੈਣ ਅੱਲਾ ਦਾ ਸ਼ੁਕਰ ਤੂੰ ਸੁਣਾ ਤੂੰ ਠੀਕ ਹੈ ਮੈਂ ਤਾਂ ਠੀਕ ਆ ਤੂੰ ਤਾਂ ਕੁਝ ਬਾਹਰੋਂ ਨਿਕਲਣ ਤੋਂ ਹੀ ਗਈ ਹੋ ਅੱਲਾ ਪਹਿਲੇ ਬਾਏ ਤਾਂ ਜਾ ਕਿੱਡੀ ਕਮਲੀ ਹੈ ਘਰੋਂ ਬਾਹਰ ਕੀ ਨਿਕਲਣਾ ਹੈ ਮੇਰੀ ਭੈਣੋ ਘਰ ਦੇ ਕੰਮ ਹੀ ਇਤਨੇ ਨੂੰ ਬੰਦਾ ਡੋਰਾਂ ਨੂੰ ਵੇਲਾ ਹੁੰਦਾ ਹੈ ਤੇ ਗੁੰਨਣ ਪਕਾਵਣ ਦਾ ਬੰਦਾ ਕਰਦਾ ਹੈ ਜੇ ਏਦੂ ਵੇਲਾ ਹੋਇਆ ਤੇ ਮੋੜ ਤੈਨੂੰ ਪਤਾ ਹੈ ਕਿ ਸਾਰਾ ਦਿਨ ਨਹੀਂ ਮੁੱਕਦੇ ਮੇਰਾ ਤਾਂ ਜਿਹੜਾ ਟਬੋਰ ਹੈ ਉਹ ਹੀ ਨਿਸ਼ਾਂਦਾ ਹੈ ਮਾਸ਼ਾਅੱਲਾ ਉਹ ਕੰਮ ਤਾਂ ਸਾਰੀ ਜ਼ਿੰਦਗੀ ਨਾਦੀਆ ਭੈਣ ਨਹੀਂ ਮੁੱਕਦੇ ਤੇ ਇਹ ਕੌਣ ਹੈ ਇਹ ਇੱਕ ਮੇਰਾ ਇਹ ਭਰਾਵਾ ਹਾਂ। ਉਹਦੀ ਇਹ ਬੀਵੀ ਹੈ ਤੇ ਹੈਨ ਸਾਡੇ ਦੂਰ ਦੇ ਰਿਸ਼ਤੇਦਾਰ ਇਹਨੂੰ ਉਹ ਅੱਗੇ ਮੈਂ ਹੀ ਆਖਾਂ ਕਿ ਤੇਰੀ ਬਿਆਦਰੀ ਤਾਂ ਸਾਰੀ ਮੈਂ ਵੇਖੀ ਹੋਈ ਹੈ ਤੇ ਇਹ ਕੋਈ ਜਾਣੀ ਪਛਾਣੀ ਲੱਗਦੀ ਪਈ ਨਹੀਂ ਇਹਨੂੰ ਤੂੰ ਕੋਈ ਨਹੀਂ ਵੇਖਿਆ ਹੋਇਆ ਕਿਉਂਕਿ ਸਾਡੇ ਦੂਰ ਦੇ ਰਿਸ਼ਤੇਦਾਰ ਨੇ ਨਾ ਅੱਛਾ, ਤੇ ਐਡਾ ਆਮਦੇ ਜਾਂਦੇ ਵੀ ਕੋਈ ਨਹੀਂ ਘਾਟ ਵੱਧ ਆਮਦੇ ਜਾਂਦੇ ਨੂੰ ਮੋੜ ਤੂੰ ਸਹੀ ਹੋ। ਵੇਖਣਾ ਕਿਦੂ ਆ ਜਦੋਂ ਆਮਦੇ ਹੀ ਕੋਈ ਨਾ ਸਹੀ ਹੋ ਗਈ ਹੋਰ ਤੂੰ ਸੁਣਾ ਮੈਂ ਠੀਕ ਆ ਅੱਲਾ ਦਾ ਸ਼ੁਕਰ ਹੈ ਮੈਂ ਆਖੇ ਚਲੋ ਮੈਂ ਆਪ ਹੀ ਬੰਨਾ ਉਸ ਦੀ ਹੱਥਾਂ ਤੋਂ ਮਹਿੰਦੀ ਲਾਂਦੀ ਹੋਈ ਹਾਏ ਮਹਿੰਦੀ ਲੱਗੇ ਤਾਂ ਸਹੀ ਪਹਿਲੇ ਮੋੜ ਲਵਣੀ ਹੈ ਹਾਲੇ ਤਾਂ ਸਿਰਫ ਘਾਟ ਦੇ ਕੰਮ ਕਰਦੀ ਵਧੀਆ ਮੈਂ ਅੱਛਾ ਛੋਰੇ ਤੂੰ ਘਰੇ ਰਵੀ ਉਤੋਂ ਇਹਦੇ ਲੱਥਾ ਖਲੋਤਾ ਤੇ ਮੈਂ ਜਾਵਾਂ ਦੁਕਾਨ ਤੇ ਕੋਈ ਲੂਣ ਮਰਚ ਲੈ ਆਉਂਦੀ ਤੇ ਟਾਈਮ ਨਾਲ ਗੁੰਨ ਪਕਾ ਲੈਂਦੀਆਂ ਕਿਉਂਕਿ ਤੈਨੂੰ ਪਤਾ ਹੀ ਏ ਬਿਜਲੀ ਦਾ ਕਿਸੇ ਟਾਈਮ ਜਾ ਸਕਦੀ ਹੈ ਹੈ ਤੇ ਘਰ ਹੀ ਰਵੀ ਮੋੜ ਹੈ ਠੀਕ ਹੈ ਹਾਂ ਚੱਲ ਮਾਨੂਰ ਮੋੜ ਰਾਲ ਕੇ ਵਗ ਜਾਂਦੀਆਂ ਤੂੰ ਉੱਥੋਂ ਪਰਾਂ ਵਗ ਜਾਵੀਂ ਤੇ ਮੈਂ ਦੁਕਾਨ ਨਾਲ ਮੁੜ ਜਾਸਾਂ ਚਲੋ ਠੀਕ ਹੈ ਆ ਜਾ ਚੱਲ ਟੋਰ अस्सलाम वालेकुम वालेकुम अस्सलाम मलक साहब किदे ना दिया मैं जाऊँ मलक साहब दे दुकान ते कोई सौदा लेना आउ तो शाम होई खलोती गुन्नण पकावण वास्ते ਉਹ ਤਾਂ ਠੀਕ ਹੈ ਤੇ ਹੁਕਮ ਮੈਂ ਕਰੋ। ਤੇਰੇ ਨਾਲ ਕੰਮ ਹੈ ਹੁਕਮ ਤਾਂ ਕੋਈ ਨਹੀਂ ਬਸ ਤੇਰੇ ਨਾਲ ਇੱਕ ਗੱਲ ਕਰਨੀ ਆਈ ਤੇ ਜਾਂਦੇ ਵੀ ਤੇਰੇ ਵਾਲੀ ਪਿਆ ਸੇ ਘਰ ਤੇਰੇ खैर है मलक साहब आज गरीबां दे घाट तुसी ਉਹ ਬਸ ਮੁੜ ਕੰਮ ਪਾਏ ਜਾਂਦੇ ਨੇ ਇਹ ਗੱਲ ਕੋਈ ਨਹੀਂ ਗਰੀਬ ਨਾ ਆਖਿਆ ਕਰੋ ਅੱਲਾ ਦੇ ਬੰਦੇ ਨੇ ਸਾਰੀ ਦੁਨੀਆ ਮਖਲੂਕ ਖੁਦਾ ਦੀ ਹੈ ਸਾਰੀ ਇਹ ਗੱਲਾਂ ਨਹੀਂ ਅਮੀਰੀ ਗਰੀਬੀ ਰੱਬ ਦੇ ਵਾਸਤੇ ਤੇ ਤੂੰ ਮੇਰੇ ਨਾਲ ਚੱਲੇ ਨਾ ਅਗਾ ਤੇਰੇ ਨਾਲ ਕੰਮ ਹੈ ਮੈਨੂੰ अच्छा मलक साहब मानूर बहन तू इंज करो तेन पता है मैं दुकान तो सामान लैन ही जाऊँ हुण मेरे बूहे ते तपराने आ गए नो तू इंज करो दुकान ते लगी जा आधा किलो घ्यो लई आ ते कोई 20-30 दियां मिर्चां लई आवी ते इंज करी मुड़ पराने भी आ गए रब तू दुध घर पिया कोई नहीं किलो डेढ़ मेरी बहन दुध दा भी लई आवी ते चंगी बहन है ना ते मेरे घर अपड़ावी ਅੱਛਾ ਨਾਦੀਆ ਭੈਣ ਕੁਛ ਵੀ ਨਹੀਂ ਹੁੰਦਾ ਮੈਂ ਹੁਣੇ ਲੈ ਕੇ ਤੈਨੂੰ ਘਰ ਅਪੜਾ हला जा मुड़ तू जा ਠੀਕ ਹੈ
आओ जी। ਚਲੋ मुबशर कित्थे तू रह गया है? तू मुड़ शाम होंदी पई गया है। अजे तक तू नहीं आया। पता नहीं कित्थे मैं नज़ाब विच पा के वग गए हैं। ਓਏ ਫੜੋ ਨੂੰ ਫੜ ਇਹਨੂੰ ਭੱਜ ਗਿਆ ਨਾ ਲਾਇਆ ਨਾਦੀਆ ਉੱਥੇ ਬੈ अल्लाह दा ना इन्हें छोड़ नु कुछ ना किया है। ए मेरे कोल अमानत है। ਉਹ ਗੱਲ ਸੁਣ ਨਾਦੀਆ ਕੋਈ ਕੁਛ ਨਹੀਂ ਆਂਦਾ ਪਏ ਉਹ ਉਹਦੇ ਬਿਰਾ ਹਨ ਤੇ ਉਹਨੂੰ ਲੈਣ ਆਏ ਤੂੰ ਪਰੇਸ਼ਾਨ ਨਾ ਹੋ ਇਧਰ ਆ ਇਧਰ ਮੇਰੀ ਗੱਲ ਸੁਣ ਕੁਛ ਨਹੀਂ ਹੁੰਦਾ ਮੈਂ ਨਾਲ ਆ ਚੱਲ ਮੇਰੀ ਭੈਣ ਚਲੋ ਤੂੰ ਲੈ ਇੱਥੇ ਜਾਓ ਕਿੱਥੇ ਰਹਿਣੀ ਹੈ ਭਾਈ ਚਲ ਉੱਠ नहीं भाई जी मैं को नहीं जाना। तुसी मैं मार चढ़ना है। ਕੌਣ ਮਾਰੇਗਾ ਤੈਨੂੰ ਮੈਂ ਤੇਰਾ ਭਰਾ ਹਾਂ ਮੈਂ ਪਾਗਲ ਹਾਂ ਤੈਨੂੰ ਮਾਰਾਂਗਾ ਤੂੰ ਤੇ ਮੇਰੀ ਭੈਣ ਹੈ ਚੰਗੀ ਭੈਣ ਹੈ नहीं भाई जी मैं ਤੁਹਾਡੇ ਨਾਲ को नहीं जाना। ਓਹੋ ਮੇਰੀ ਭੈਣ ਆਪਣੇ ਘਰ ਚੱਲ ਚੱਲ ਮੇਰਾ ਪੁੱਤਰ ਪਰੇਸ਼ਾਨ ਨਾ ਹੋ, ਚੱਲ ਪਰੇਸ਼ਾਨ ਮੇਰਾ ਨਾ। ਪੁੱਤਰ ਤੈਨੂੰ ਕੋਈ ਵੀ ਕੁਝ ਨਹੀਂ ਆਂਦਾ ਚੱਲ ਮੇਰਾ ਪੁੱਤਰ ਚਲੋ ਨਾ ਚੱਲ ਪਰੇਸ਼ਾਨ ਜੁੱਤੀ ਪਾ ਤੂੰ ਪਰੇਸ਼ਾਨ ਹੋਣ ਦੀ ਤੈਨੂੰ ਕੋਈ ਨਹੀਂ ਲੋੜ ਚੱਲ ਮੇਰਾ ਚੱਲ ਤੇ ਨਾਦੀਆ ਤੂੰ ਵੀ ਨਾ ਪਰੇਸ਼ਾਨ ਹੋ ਉਹਦੇ ਬਿਰਾਂ ਤੈਨੂੰ ਘਰ ਲਈ ਜਾਂਦੇ ਨੇ ਤੈਨੂੰ ਘਬਰਾਉਣ ਦੀ ਕੋਈ ਨਹੀਂ ਲੋੜ ਉਠੀ ਚਾਚਾ ਜੀ ਕਿਵੇਂ ਨਾ ਮੈਂ ਘਬਰਾ ਅੱਲਾ ਨਾ ਕਰੇ ਉਹਦੇ ਨਾਲ ਵਾਧਾ ਘਾਟਾ ਹੋ ਜਾਵੇ ਤੇ ਮੋੜ ਕੀ ਬਣਸੀ ਭਲਾ ਤੇਰੇ ਕੋਲ ਕੌਣ ਲੈ ਕੇ ਜਾਂਦਾ ਪਿਆ ਮੈਨੂੰ ਪਤਾ ਹੈ ਮਲਕ ਸਾਹਿਬ ਤੁਸੀਂ ਲੈ ਕੇ ਜਾਂਦੇ ਪਏ ਹੋ ਲੇਕਿਨ ਮੈਨੂੰ ਬਹੁਤ ਡਰ ਲੱਗਦਾ ਪਿਆ ਡਰ ਤੈਨੂੰ ਕਿਹੜੀ ਸ਼ੈ ਦਾ ਲੱਗਦਾ ਪਿਆ ਉਹਨਾਂ ਦੀ ਉਹ ਭੈਣ ਆਈ ਉਹਨਾਂ ਦੀ ਇੱਜ਼ਤ ਇੱਥੇ ਤੂੰ ਘਰ ਬਾਈ ਬੈਠੀ ਹੈ ਤੈਨੂੰ ਸ਼ਰਾਫ ਉਹਨਾਂ ਨੂੰ ਪਿਆ ਨਾ ਵਿੱਚੋਂ ਚੁੱਪ ਕਰ ਉਹਨੂੰ ਲੈ ਕੇ ਜਾਵਣ ਦੇ ਤੂੰ ਐਵੇਂ ਬੋਲੀ ਜਾਂਦੀ ਹੈ ਪਰ ਹਟ ਜਾਗੂ ਚਲੋ ਆ ਬਾਬਾ ਨਾਦੀਆ ਭੈਣ ਉਹ ਸਾਰੀ ਬਾਹਰ ਬੈਂਦੀ ਪਈ ਆਈ ਛੋਇਰ ਨੂੰ ਲਈ ਬੈਂਦਿਆ ਨੇ ਕੀ ਰੋਲਾ ਹਾਈ ਮੇਰੀ ਭੈਣ ਹੋ ਮੈਂ ਤੈਨੂੰ ਕੀ ਦੱਸਾਂ ਮੇਰੀ ਤਾਂ ਆਪਣੀ ਜਾਨ ਤੁਫਾ ਕੱਢਦੀ ਪਈ ਹੈ ਕਿ ਨਹੀਂ ਉਸ ਛੋੜ ਨੂੰ ਮਾਰ ਛੱਡ ਸੈਨ ਟੋਕ ਛੱਡ ਸੈਨੋ ਉਹ ਰੋਲਾ ਕੀ ਹੈ ਤੂੰ ਮੈਨੂੰ ਅਸਲ ਗੱਲ ਤਾਂ ਦੱਸ ਰੋਂਦੀ ਪਈ ਹੈ ਮੇਰੀ ਭੈਣ ਆ ਮੁਬਸ਼ਰ ਨੂੰ ਜਾਣਦੀ ਨੂੰ ਹਾਂ ਉਹ ਸੇ ਛੋੜ ਘਰੋਂ ਆ ਨਸਾਈ ਹੋਈ ਤੇ ਉਹ ਇੱਥੇ ਮੇਰੇ ਕੋਲ ਆਇਆ ਉਸ ਮੈਨੂੰ ਆਖਿਆ ਕਿ ਮੇਰੀ ਤੂੰ ਹੀ ਭੈਣ ਬਣੀ ਹੋਈ ਹੈ ਤੇ ਮੈਨੂੰ ਇੱਥੇ ਰੈਸ਼ ਦੇ ਰਵਣ ਵਾਸਤੇ 2-3 ਦਿਨ ਵਾਸਤੇ ਮੈਂ ਉਹਨੂੰ ਆਖਿਆ ਹਾਲਾ ਠੀਕ ਹੈ ਉਹ ਇੱਕ ਛੋੜ ਨੂੰ ਮੇਰੇ ਬੂਹੇ ਤੇ ਛੱਡ ਕੇ ਵਗ ਗਿਆ ਉਹ ਉਹਦੇ ਭਰਾ ਆਏ ਨੂੰ ਤੇ ਪਤਾ ਨਹੀਂ ਉਹ ਮਲਕ ਸਾਹਿਬ ਆਏ ਨੂੰ ਤੇ ਉਹ ਹੁਣ ਛੋੜ ਨੂੰ ਲੈ ਕੇ ਵਗ ਗਏ ਅੱਲਾ ਨਾ ਕਰੇ ਉਹਨਾਂ ਛੋੜ ਨੂੰ ਕੁਛ ਆਖਿਆ ਤੇ ਉਸ ਤਾਂ ਆ ਕੇ ਮੇਰੇ ਕੋਲ ਪੁੱਛਣਾ ਮੈਂ ਤਾਂ ਕਿਸੇ ਨਵੇਂ ਕੋੜ ਤੇ ਪੈ ਗਈ ਆ ਕਿਸੇ ਅਜ਼ਾਬ ਤੇ ਪੈ ਗਈ ਨਵੇਂ ਅਜ਼ਾਬ ਤੇ ਨਹੀਂ ਉਪਾਏਗੀ ਕੌਰ ਪਵੀ ਬਚ ਗਈ ਹੈ ਤੈਨੂੰ ਜੋ ਪਤਾ ਹਾਈ ਵਿਛੋਇਰ ਨਸੀ ਹੋਈ ਹੈ ਤੇ ਤੂੰ ਕਮਲੀ ਬਣੀ ਹੈ ਤੂੰ ਆਪਣੇ ਬੂਹੇ ਤੇਰਾ ਹਾਲ ਹੀ ਆਈ ਹੁਣ ਸ਼ੁਕਰ ਕਰ ਵੀ ਉਹਦੇ ਆਪਣਿਆਂ ਨੂੰ ਬਿਰਾ ਲੈ ਕੇ ਵਗ ਗਏ ਨਹੀਂ ਮੇਰੀ ਹੁਣ ਤੂੰ ਭੈਣ ਨਾ ਪਰੇਸ਼ਾਨ ਹੋ ਮੇਰੀ ਭੈਣ ਮੈਨੂੰ ਕੀ ਪਤਾ ਕਿ ਮੈਂ ਮੁਸੀਬਤ ਤੇ ਪੈ ਜਾਵਣਾ ਹੈ ਮੈਂ ਤਾਂ ਭਲਾ ਚਾ ਕੀਤਾ ਕਿ ਉਹ ਮੈਨੂੰ ਭੈਣ ਸੱਦਾ ਹੈ ਮੇਰੀ ਇੱਜ਼ਤ ਕਰਦਾ ਕਦਰ ਕਰਦਾ ਜਿੱਥੇ ਮੈਨੂੰ ਟਕਰੇ ਸਿਰ ਨਿਵਾ ਖਲੋਂਦਾ ਕਿ ਤੂੰ ਮੇਰੀ ਭੈਣ ਹੈ ਹਲਾ ਨਾ ਪਰੇਸ਼ਾਨ ਹੋ ਚੱਲ ਸਾਡੀ ਇੱਜ਼ਤ ਮਿੱਟੀ 'ਚ ਮਿਲਾ ਦਿੱਤੀ ਹੋ ਚੱਲ ਤੂੰ ਸਾਡੀ ਇੱਜ਼ਤ ਨਿਲਾਮ ਕਰ ਦਿੱਤੀ ਹੈ हैं इज्जत नीलाम कर देती है हैं आज मैं तेन दसे सा हैं कि भरावां दी इज्जत नीलाम करन नाल की हुंदा गबरू किथे ही जिस नाल नसे के गई है ओ गबरू किथे वे दस सानू किथे गबरू मैंने माफ कर दो मैंने माफ कर दो माफ करनी है तेन गबरू दसे किथे वे ओ गबरू ਹੌਸਲੇ ਨਾਲ ਮੈਂ ਪੁੱਛ ਲੈਣਾ ਛੋਰੇ ਇਹ ਦੱਸ ਕਿ ਜਿੰਦੇ ਨਾਲ ਨਸ ਕੇ ਗਈਆਂ ਉਹ ਗੱਭਰੂ ਕਿੱਥੇ ਤੈਨੂੰ ਅਸੀਂ ਕੋਈ ਨਹੀਂ ਆਂਦੇ मैंने बेशक मार दो पर मुबशर ने कुछ ना किया मुबशर जा सब तो पहले मुबशर दी भैन नूं चुक के लिया जा ते फिर उस बदमाश नूं लभ के लिया जा ਅੱਛਾ ਮੈਂ ਜਾਣਾ ਕਿਤੇ ਨਹੀਂ ਜਾਵਣ ਦੀ ਲੋੜ ਹਰ ਸ਼ੈ ਥਈਆਂ ਆ ਗਈ ਹੈ ਤੇ ਆਰਾਮ ਨਾਲ ਸਕੂਨ ਕਰੋ ਤੇ ਬਹੁ ਸਾਰਾ ਕੁਝ ਠੀਕ ਹੋ ਜਾਂਦਾ
ਬਹਿ ਜਾਓ। ਬੈ ਬਾਬਾ ਬੈ ਬੈ ਤੇ ਵੇਖ ਆਪਣੇ ਪੁੱਤਰ ਦੀ ਕਰਤੂਤ। ਤੂੰ ਤੇ ਕਹਿੰਦਾ ਸੀ ਨਹੀਂ ਮੇਰਾ ਪੁੱਤਰ ਇਹੋ ਜਿਹਾ ਨਹੀਂ ਹੈ। ਵੇਖ ਲੈ ਮਲਕ, ਤੈਨੂੰ ਮੈਂ ਕਿਹਾ ਸੀ ਨਾ ਕਿ ਇਹਨਾਂ ਕਮੀਆਂ ਦੀ ਹਮਾਇਤ ਨਾ ਕਰ। ਇਹ ਕਮੀ ਇਹ ਜੁੱਤੀ ਦੇ ਹੇਠ ਹੀ ਰਹਿਣੇ ਚਾਹੀਦੇ ਨੇ। ਬਸ ਕਰੋ ਚੌਧਰੀ ਸਾਹਿਬ, ਬਸ ਕਰੋ। ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਹੈ ਨਾ ਉਹੀ ਤਾਂ ਪੂਰਾ ਕਰਨ ਆਇਆ। ਚੁੱਪ ਕਰਕੇ ਬਹਿ ਜਾਓ, ਹੌਸਲਾ ਕਰੋ, ਹੇਠਾਂ ਬਵੋ, ਮੇਰੀ ਗੱਲ ਸੁਣੋ ਸਾਰੀ, ਬਹਿ ਜਾਓ। ਇਹ ਜੁੱਤੀ ਗਰੀਬ ਦੀ ਜੁੱਤੀ ਕਦੀ ਚੌਧਰੀ ਦੇ ਸਿਰ ਤੇ ਨਹੀਂ ਪੈ ਸਕਦੀ। ਬਾਲੀ ਬੈਠ ਬਹਿ ਜਾ ਕਾਕੀ, ਬਹਿ ਜਾ, ਬਹਿ ਜਾ ਥੱਲੇ। हौसला करो, हौसला करो। आज हो गए हैं, इसे काम वास्ते ही आए हैं। ओ कितने वे कमीना बेगैरत ते जलील मुबशर लिहाज में ओनू एदे नाल कब्र च दफन करांगा। लिहाओ कुछ ना आखो, जो आखना ने मैनू आखो। मैं गुनाहगार हां, मैं मुजरिम हां, वाकई मैं कमी हां, मैं नीच हां। शायद मेरी तरबियत कोई कमी रह गई सी कि मेरा पुत्र हो गया निकलिया। चौधरी साहब ये मेरे नाल नहीं सी आती। मैं उसकी लत बन के उन्हें इत्थे लैके आया, इत्थे लैके आया। ना रो दिए, ना रो। शायद तेरे मुकदरा विच एहो ही सी। बड़ियां खुशियां मनाइयां सन तू बना दिया। तेरे भरा की खुशी दी है। अब्बू जी क्यों रोंदे पे हो? असल तो भैणा बिरावा दे कुर्बान होंदियां आईयां ने, इस विच कोई बड़ी गल नहीं हो गई। ना पुत्र, मैं उस दिन ते अफसोस है जिस दिन जमया सी। काश मेरे अरबा तू मैनू एक धी और दे देना। पुत्र ना देंदा है पुत्र। बस बाबा, इत्थे आन रोन तोन वाला ड्रामा ना कर। कल तक ये तेरी धी साढ़े कोल अमानत है, ते कल निकाह हो जाएगा ਇਹਦਾ मेरा, ते फिर साड़ी इज्जत बन जाएगी, ते फिर साड़ी अमानत है। मैं सह सुन ली है तुहाडी चौधरी साहब, बहुत बर्दाश्त कर लिया। अज मेरा प्यो खुद जलील हो के अपनी धी नू खुद तुहाडे बूहे ते लेके आया है। इस तो वड्डी भी कोई जलालत हो सकती है? ते तुसी हाले सानू कहंदे हो कि असी कमी है, कमीने है असी। कमीने असी नहीं तुसी हो। तुहाडी बहन निकल के गई है मेरे बिरा नाल, कमीने असी हो गए हैं। मेरा बिरा तो नहीं आया ओनू लैण वास्ते, ओ खुद गई है चल के। ते तुसी सानू गल्लां करदे हो। सजा देवनी है तो ओनू दियो, देवनी है तो मेरे बिरा नू दियो। मेरे प्यो ते क्या गुनाह है या मेरा की कसूर है? वेख ले आज मैं तुहाडा इंसाफ, वड्डे आए तुसे इंसाफ करन वाले। थुक दिया मैं तुहाडे इंसाफ ते, लानत भेज दिया मैं तुहाडे इंसाफ ते। मैं नहीं करदी तेरे नाल शादी। की कर लवोगे तुसी? आज करते सही तू मेरे नाल निकाह। वेख दिया मैं। चलो अबू जी उठो, असी चलिए अपने घर। ये तेरी बहन बैठी है ना, एनू दे सजा, या मेरे बिरा नू लब, ओदे नाल जो करना कर। बेशक ओनू टोक दे, बेशक ओनू वड दे, या इहदे नाल ओदा निकाह कर दे। एक दो महीने कसूरवार, असी कोई नहीं। चलो अबू जी। ओए मलका, ओए चौधरी दी रन भी इहो जी जीदार ही होनी चाहिए सी। बाजा थले बाजा थे। आज कल निकाह नहीं,
ਹੁਣ ਤੇ ਮੈਂ ਤੇਰੇ ਨਾਲ ਅੱਜ ਹੀ ਨਿਕਾਹ ਕਰਾਂਗਾ ਲੱਕੀ ਕਬੂਤਰੀਏ। ਜਾ ਵਸੀਮ ਮੌਲਵੀ ਨੂੰ ਲੈ ਕੇ ਆ, ਨਿਕਾਹ ਅੱਜ ਹੀ ਹੋਵੇਗਾ ਤੇ ਮੈਂ ਵੇਖਾਂਗਾ ਕਿ ਇਸ ਨਿਕਾਹ ਨੂੰ ਹੁਣ ਰੋਕੇਗਾ ਕਿਹੜਾ। ਬਸ ਚੌਧਰੀ, ਗਲਤੀ ਮੇਰੀ ਆਈ। ਮੈਨੂੰ ਪਤਾ ਲੱਗਾ ਮੈਂ ਤੋੜ ਬੂਵੇ ਤੇ ਆ ਗਿਆ। ਇਹਦੇ ਵਿੱਚ ਨਾ ਤਾਂ ਮੇਰੇ ਪਿਓ ਦੀ ਗਲਤੀ ਹੈ ਤੇ ਨਾ ਮੇਰੀ ਭੈਣ ਦੀ ਗਲਤੀ ਹੈ। ਜੋ ਸਜ਼ਾ ਦੇਣੀ ਹੈ ਮੈਨੂੰ ਦੇ। ਤੋੜ ਚੱਲ ਕੇ ਤੇਰੇ ਕੋਲ ਆਇਆ। ਤੈਨੂੰ ਮਾਰ ਕੇ ਮੈਂ ਆਪਣੇ ਹੱਥ ਖੂਨ ਚ ਨਹੀਂ ਰੰਗ ਸਕਦਾ। ਤੇਰੀ ਹੁਣ ਇਹ ਸਜ਼ਾ ਹੈ ਕਿ ਤੂੰ ਸਾਰੀ ਜ਼ਿੰਦਗੀ ਆਪਣੀ ਭੈਣ ਦਾ ਮੂੰਹ ਨਹੀਂ ਵੇਖ ਸਕੇਗਾ। मुबशर मैंने तो ला जाए मैंने मार चढ़ सन मुबशर तेरा भी मैं फैसला आज ही करांगा, आज ही करांगा तेरा फैसला मैं। छड़ दे मेरा हाथ तो कोई नहीं तू मेरा बिना पूरा साल हो गया तेन कपड़े पे तेरे हाथ जोड़े तेरे पैर पद्दे नो कि मेरी मुबशर ने शादी करा दे। तू नहीं कराए तू अपनी जिद तेरी है। ए आज दिन वेखना पे ना ये तेरी अपनी गलती है। उधर मेरी शादी करवा दे तो मैं नाच के कोई नहीं जाना। मैं हुण भी मुबशर दिया तो मैं मार के भी मुबशर दिया। मार दे मैं मार दे। बस कर दे, बस कर दे। तू पहले करो नस के ते मेरी इज्जत पूरे थे नीलाम की थी। मैं फिर भी सोचा नहीं, मेरी छोटी भैन छोटिया कोलों गलतियां हो जांदियां ने। मैं ते तेनू भरा नहीं प्यो बन के पालिया, मां बन के पालिया सी। ख्वाहिश की सी कि अपने वर्गे किसी वड्डे खानदान च तेरी शादी करांगा, अपने हथी हवेली सजावांगा, तेनू डोली च टोरांगा, मेरा नाम ही उच्चा होएगा। पर नहीं, तू ते इस भरा दा नाम मिट्टी च रोल दिता है। जा जा टुर जा, टुर जा। मैनू तेरी लोड़ नहीं, ना मैं तेरा भरा ते ना तू मेरी भैन। और मैं तेनू इस घर च रख भी नहीं सकता क्योंकि मैं सारी जिंदगी तेनू इस घर च वेख के पल पल जीवा, पल पल मरा। मैं नहीं कर सकता। जा जा अपनी जिंदगी जी ले, जा चली जाए तो चली जाए दे नाल। मैं इस तो पहला कि मैं तेन वेख के अपने सावां दी दौड़ टूर लवा, मेरे साह मुक जाणगे। चली जा, चली जा, चली जा, चली जा, चली जा। लोकां दियां भैणां मर भी ते जांदियां ने। मैं समझांगा तो मेरे वास्ते मर गई है। बाबा जी, मैं कोई इन्ना कमीना इंसान नहीं हाँ। असी चौधरी होने हाँ ते असी कामियां दा भी लिहाज करने हाँ क्योंकि साडे खानदानी कामे होंदे ने। चाचा जी, मैं तुहानू जलील करन वास्ते इत्थे नहीं बुलाया सी। मैं सिर्फ तुहानू सबक देने वास्ते बुलाया सी कि कल नू इस थे च कोई भी आदमी इस तरह की हरकत ना करे। जाओ ले जाओ इनू, जा जा, चली जा, जा चली जा। मुबशर और डेरेदार जमींदार जिन्हां दा वही करके उन्हां दे हत्थां दा रिज़्क असीं खाने आ। तू आज उन्हां दी इज्जत नहीं रखी। तू मेरा पुत्र कहलाण दे लायक ही नहीं। नमक हराम है, तू नमक हराम है।
ਲੈ ਜਾ ਇਸ ਨੂੰ ਤੇ ਚਲਾ ਜਾ ਇੱਥੇ ਚੋਂ, ਨਿਕਲ ਜਾ ਮੇਰੇ ਘਰ ਚੋਂ। ਮੈਂ ਇਹੋ ਹੀ ਸਮਝਾਂਗਾ ਮੇਰਾ ਪੁੱਤਰ ਮਰ ਗਿਆ, ਮਰ ਗਿਆ, ਮੇਰਾ ਪੁੱਤਰ ਮਰ ਗਿਆ। ਦਫਾ ਹੋ ਜਾ, ਅੱਲਾ ਨੇ ਮੈਨੂੰ ਇੱਕ ਧੀ ਦਿੱਤੀ ਹੈ। ਚੋਰੀ ਸਾਹਿਬ ਉਹ ਨਹੀਂ ਚਾਚਾ ਜੀ, ਖੁਦਾ ਦਾ ਨਾਂ ਜੇ ਮੈਨੂੰ ਗੁਨਾਹਗਾਰ ਨਾ ਕਰੋ। ਅਸੀਂ ਵੀ ਇੱਜ਼ਤਦਾਰ ਹਾਂ ਤੇ ਤੁਸੀਂ ਵੀ ਇੱਜ਼ਤਦਾਰ ਹੋ। ਜਾਓ ਆਪਣੀ ਧੀ ਨੂੰ ਲੈ ਕੇ ਚਲੇ ਜਾਓ ਤੇ ਜਿਹੜੀਆਂ ਮੈਂ ਗਲਤੀਆਂ ਕੀਤੀਆਂ ਨੇ, ਤੁਹਾਨੂੰ ਬੁਰਾ ਭਲਾ ਕਿਹਾ ਹੈ, ਰੱਬ ਦੇ ਵਾਸਤੇ ਮੈਨੂੰ ਮਾਫ ਕਰ ਦੇਣਾ। ਜਾਓ ਜਾ ਭੈਣਾ, ਤੂੰ ਵੀ ਜਾ। ਮੈਂ ਤੇ ਤੇਰੇ ਭਰਾ ਨੂੰ ਸਬਕ ਦੇਣ ਵਾਸਤੇ ਸਾਰਾ ਕੁਝ ਕੀਤਾ ਸੀ, ਔਰ ਇਸ ਦੁਨੀਆ ਨੂੰ ਸਬਕ ਦੇਣ ਵਾਸਤੇ ਸਾਰੀਆਂ ਗੱਲਾਂ ਕੀਤੀਆਂ ਸਨ। ਤੇਰਾ ਵੀ ਭਲਾ ਹੋਵੇ ਮਲਕਾ, ਤੂੰ ਵੀ ਮੇਰਾ ਬੜਾ ਸਾਥ ਦਿੱਤਾ ਹੈ। ਜਾਓ ਆਪਣੀ ਧੀ ਨੂੰ ਲੈ ਕੇ ਚਲੇ ਜਾਓ, ਜਾਓ। अस्सलाम वालेकुम जी, मैं और रिमशा हुसैन। कैसे हैं आप सब लोग? उम्मीद करती हूँ कि आप सब लोग खैरियत से होंगे। तो जी नाज़रीन, कैसा लगा आज का आपको हमारा ये सबक? असल में आपको बताती चलूँ कि ये चीज़ तो रियलिटी होती है, एक्चुअल में यही होता है जो आपने आज देखा है। देखिए, आपका अगर ख्वाह बेटा है, बेटी है, जब वो ये हरकत करते हैं, यानी कि किसी को भगा के ले जाते हैं या वो खुद भाग के चली जाती है, तो आप उसका क्या करेंगे? ज़्यादा से ज़्यादा आपने उसको समझा देना है, या उसका यानी कि आपने जज्बात में आके कत्ल कर देना, मार देना, यही मारपीट वगैरह। लेकिन उसका क्या नतीजा निकलेगा? कोई फ़ायदा नहीं है आपको। तो बताने का मकसद ये है कि आप उस एक इंसान की वजह से आप अपनी बिरादरी से, अपने यानी कि रिश्तेदारों से दूर हो जाते हैं। आप उनके हाल पे छोड़ दिया करें। ज़रा आप अगर उसको समझाएंगे, आज उसने ये हरकत की है, कल वो ये हरकत कर सकता है, कोई एतबार तो नहीं है। जिसने आज ये कर लिया वो दोबारा भी ये हरकत कर सकता है। तो बताने का मकसद ये है कि आप उनको उनके हाल पे छोड़ दिया करें। हम ये नहीं कहते कि आप यानी कि वो गलत करते रहें और आप उनको यानी कि कुछ ना कहें। बताने का मकसद ये था कि हर जगह ऐसे वडेरे, ऐसे समझदार, ऐसे ज़मींदार लोग नहीं होते जो माफ़ कर दें। आज जैसे कि आपने देखा, कुछ होते हैं जो ऐसा यानी कि कर देते होते हैं, जिनमें माफ़ करने वाली सिफ्त होती है, लेकिन हर जगह भी ऐसे नहीं होता। तो समझाने का मकसद ये था कि आप लोग ये हरकत ही ना किया करें। क्यों आप अपने माँ बाप को, अपनी बहनों को क्यों जलील करते हैं? खुद ये हरकत करते हैं, जलील तो माँ बाप ही होते हैं, पीछे बहनें बैठी वो जलील होती हैं आपकी वजह से। लिहाजा ये हरकत ना किया करें। सिर्फ हमारा आपको बताने का मकसद ये था, गलत काम छोड़ दें, इससे कोई फ़ायदा नहीं है। अगर आपको हमारी ये स्टोरी अच्छी लगी हो तो लाजमी कमेंट में बताइएगा। जितना हो सके हमारी स्टोरीज को लाइक किया करें, जितना हो सके शेयर किया करें। जाते जाते बाटा टीवी